ਧੰਨ ਵਾਹਿਗੁਰੂ ਸਾਹਿਬ ਜੀ। ਸੋਰਠ ਮਹਿਲਾ ਪੰਜਵਾਂ। ਸੁਨੋ ਬੇਨੰਤੀ ਠਾਕੁਰ ਮੇਰੇ, ਜੀ ਜੰਤ ਤੇਰੇ ਧਾਰੇ। ਰਾਖ ਪੈਜ ਨਾਮ ਆਪਣੇ ਕੀ, ਕਰਨ ਕਰਾਵਨ ਹਾਰੇ। ਸੁਨੋ ਬੇਨੰਤੀ ਠਾਕੁਰ ਮੇਰੇ, ਜੀ ਜੰਤ ਤੇਰੇ ਧਾਰੇ। ਰਾਖ ਪੈਜ ਨਾਮ ਆਪਣੇ ਕੀ, ਕਰਨ ਕਰਾਵਨ ਹਾਰੇ। ਪ੍ਰਭ ਜੀਓ ਖਸਮਨ ਕਰ ਪਿਆਰੇ, ਬੁਰੇ ਭਲੇ ਹਮ ਥਾਰੇ। ਰਹਾਉ ਸੁਣੀ ਪੁਕਾਰ ਸਮਰੱਥ ਸੁਆਮੀ, ਬੰਧਨ ਕਾਟ ਸਵਾਰੇ। ਪਹਿਰ ਸਿਰ ਪਾਉ ਸੇਵਕ ਜਨ ਮੇਲੇ, ਨਾਨਕ ਪ੍ਰਗਟ ਪਹਾਰੇ। ਸੁਣੀ ਪੁਕਾਰ ਸਮਰੱਥ ਸੁਆਮੀ, ਬੰਧਨ ਕਾਟ ਸਵਾਰੇ। ਪਹਿਰ ਸਿਰ ਪਾਉ ਸੇਵਕ ਜਨ ਮੇਲੇ, ਨਾਨਕ ਪ੍ਰਗਟ ਪਹਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ जुगो जुग अटल मुजस्मा आबे हयात वालिए दो जहान, सहबे कमाल सहबे इकबाल सहबे बरकत नूरे नज़र, सर्ब सुख संपन्न सर्ब दुख हरता, चार पदार्थां दे दाते, दसां पातशाहियां दी जागत जोत, धन धन ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਕੱਦਸ ਗੋਦ ਅੰਦਰ ਸੁਭਾਈਮਾਨ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਲਵਾ ਰਹੇ ਗੁਰੂ ਸਵਾਰੇ ਸਤਸੰਗੀ ਜਨੋ, ਵਡਭਾਗੇ ਹੋ ਜਿਨ੍ਹਾਂ ਤੇ ਮਾਲਕ ਨੇ ਰਹਿਮਤ ਕਰਕੇ ਜੀਵਨ ਨੂੰ ਜੁਗਤ ਵਿੱਚ ਢਾਲਣ ਦਾ ਇਹ ਸੁਭਾਗ ਸਮਾਂ ਬਖਸ਼ਿਸ਼ ਹੋਇਆ ਹੈ। बड़े ही प्यार अदब सहित आप जी ने हजूरी जथे पासों आसा की बात पावन बाणी का कीर्तन श्रवण किया है। अंत विच शब्द श्रवण करवा के गए ने कि दाता वो ना मंगी है फिर मंगण जाइए, होछा शाह ना कीचे फिर बच्चों ताई है। साहिब वो ना सेवीए जम डंड सहाइए, दुरमत मैल ना उतरै क्यों तीर्थ नहाइए। सिख कौम दे वेद व्यास भाई साहब भाई गुरदास साहब जी बख्शिश करते कि दाता वो ना मंगीए फिर मंगण जाइए। सिखा दाता पुन मना जी दे दर जाण तो बाहर तेनों किसी होर दर दा आसरा ना लेना पए।
ਜੇ ਐਸੇ ਮਨੁੱਖ ਨੂੰ ਦਾਤਾ ਬਣਾਏਗਾ ਤੇ ਤੈਨੂੰ ਨਿਤਾ ਪ੍ਰਤੀ ਦਰ ਬਦਲਨੇ ਪੈਣਗੇ। ਇਸ ਲਈ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਨੂੰ ਦਾਤਾ ਬਣਾ, ਜਿਹਦੇ ਭੰਡਾਰੇ ਭਰੇ ਨੇ, ਜਿਹਦੇ ਘਰ ਕੋਈ ਊਮਤਾਈ ਨਹੀਂ। ਗੁਰਦੇਵ ਦੀ ਬਾਣੀ ਇਹ ਗਿਆਨ ਸਾਨੂੰ ਕਰਾਉਂਦੀ ਹੈ ਕਿ ਦੁਨੀਆ ਦੇ ਦਾਤਾ ਇੱਕੋ ਹੀ ਹੈ, ਕਿ ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦੇਂਦੇ ਟੋਟ ਨ ਆਵਈ, ਅਗਣਤ ਭਰੇ ਭੰਡਾਰ। ਪਾਤਸ਼ਾਹ ਕਹਿੰਦੇ ਜਿਹਦੇ ਦਰ ਤੇ ਅਣਗਿਣਤ ਭੰਡਾਰੇ ਭਰੇ ਨੇ, ਜਿਹੜਾ ਇੱਕ ਨਹੀਂ ਕਰੋੜਾਂ ਬ੍ਰਹਮੰਡਾਂ ਨੂੰ ਪਾਲਣ ਵਾਲਾ ਹੈ, ਤੇ ਉਸ ਦਾਤੇ ਨੂੰ ਦੇ ਨਾਲ ਜੁੜਨਾ ਕਰ, ਉਹਨੂੰ ਆਪਣਾ ਦਾਤਾ ਬਣਾ। ਦਾਤਾ ਉਹ ਨਾ ਮੰਗੀਏ ਫਿਰ ਮੰਗਣ ਜਾਈਏ, ਹੋਛਾ ਸ਼ਾਹ ਨਾ ਕੀਚਈ ਫਿਰ ਪਛੋਤਾਈਏ। ਪਹਿਲੇ ਸਮੇਂ ਅੰਦਰ ਜ਼ਿਮੀਂਦਾਰਾਂ ਦਾ ਸ਼ਾਹ ਹੋਇਆ ਕਰਦੇ, ਅਜੋਕੇ ਸਮੇਂ ਵਿੱਚ ਵੀ ਜਿਹੜੇ ਖੇਤੀਬਾੜੀ ਦਾ ਕੰਮ ਕਰਦੇ ਹੈ ਉਹਨਾਂ ਦੇ ਸ਼ਾਹ ਹੁੰਦੇ ਹੈ। ਜ਼ਿਮੀਂਦਾਰ 6 ਮਹੀਨੇ ਆੜ੍ਹਤੀਏ ਤੋਂ ਪੈਸੇ ਲਿਆ ਕੇ ਵਰਤਦਾ, 6 ਮਹੀਨੇ ਬਾਅਦ ਉਹਨੂੰ ਫਸਲ ਦੇਣੀ ਹੁੰਦੀ ਹੈ। ਦੁੱਖ ਸੁੱਖ ਵਿੱਚ ਕਿਤੇ ਵੀ ਲੋੜ ਪਏ ਜ਼ਿਮੀਂਦਾਰ ਉਹ ਆੜ੍ਹਤੀਏ ਕੋਲ ਜਾਂਦਾ ਹੈ। ਜਿਵੇਂ ਅਜੋਕੇ ਸਮੇਂ ਸਾਡੇ ਕੋਲ ATM ਹੈ, ਆੜ੍ਹਤੀਆ ਜ਼ਿਮੀਂਦਾਰ ਦਾ ATM ਹੁੰਦਾ ਵੀ ਜਦੋਂ ਵੀ ਲੋੜ ਪਈ ਦਿਨੇ ਜਾਂ ਰਾਤ ਉਹਨੇ ਸ਼ਾਹ ਦੇ ਕੋਲ ਜਾਣਾ ਹੈ। ਹੁਣ ਕਹਿੰਦੇ ਜੇ ਸ਼ਾਹ ਹੋਛਾ ਹੋਇਆ, ਉਹ ਤੇਰੇ ਦੁੱਖ ਸੁੱਖ ਵਿੱਚ ਕੰਮ ਨਾ ਆਇਆ ਤੇ ਉਹਨੂੰ ਸ਼ਾਹ ਬਣਾਉਣ ਦਾ ਫਾਇਦਾ ਕੀ ਹੈ। ਹੋਛਾ ਸ਼ਾਹ ਨਾ ਕੀਚੇ ਫਿਰ ਪਛੋਤਾਈਏ, ਤੈਨੂੰ ਪਛਤਾਉਣਾ ਪਏ ਬਾਅਦ ਵਿੱਚ। ਤੇ ਕਿਸੇ ਹੋਛੇ ਸ਼ਾਹ ਦੇ ਨਾਲ ਤੂੰ ਜੁੜੀ ਨਾ, ਸ਼ਾਹ ਉਹਨੂੰ ਬਣਾ ਜਿਹੜਾ ਇੱਕੋ ਇੱਕ ਦੁਨੀਆ 'ਤੇ ਹੈ, ਸਿਰ ਸ਼ਾਹਾਂ ਦਾ ਸ਼ਾਹ, ਉਹ ਸ਼ਾਹ ਨਾਲ ਜੁੜ। ਇਹ ਉਦਾਹਰਨ ਦਿੱਤੀ ਦੁਨੀਆ ਅੱਗੇ, ਪਰ ਮਾਲਕ ਅਕਾਲ ਪੁਰਖ ਵਾਹਿਗੁਰੂ ਨਾਲ ਜੁੜਨ ਦਾ ਸੰਦੇਸ਼। ਫਿਰ ਬਖਸ਼ਿਸ਼ ਕਰਦੇ ਕਿ ਦੁਰਮਤ ਮੈਲ ਨਾ ਉਤਰੈ, ਕਿਉਂ ਤੀਰਥ ਨਹਾਈਐ। ਤੀਰਥ ਤੇ ਇਸ ਵਾਸਤੇ ਜਾਣਾ ਸੀ ਕਿ ਮੈਲ ਲੈ ਜਾਏ। ਕਹਿੰਦੇ ਮਾੜੀ ਮੱਤ ਨਾਲ ਕਮਾਈ ਹੋਈ ਦੁਰਮਤ ਮੈਲ ਜੇ ਉਤਰਨੀ ਨਹੀਂ ਤੇ ਫਿਰ ਤੀਰਥਾਂ 'ਤੇ ਨਹਾਉਣ ਦਾ ਫਾਇਦਾ ਕੀ। ਕਿਉਂਕਿ ਗੁਰਦੇਵ ਨੇ ਬਾਣੀ 'ਚ ਕਹਿੰਦੇ ਨਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੂਰ, ਇੱਕ ਪੌ ਲੱਥੀ ਨਾਤਿਆਂ, ਦੋਏ ਪਾ ਚੜੀਏ ਸੋਰ। ਤਾਂ ਹੀ ਕਿਹਾ ਸਾਧ ਭਲੇ ਅਣ ਨਾਥਿਆਂ, ਚੋਰ ਸੇ ਚੋਰਾਂ ਚੋਰ। ਜਿਹੜੇ ਸਾਧ ਉਹ ਕਹਿੰਦੇ ਭਾਈ ਇਹ ਤੋਂ ਅਸੀਂ ਭਲੇ ਆ ਵੀ ਜਿਹੜੇ ਨਹੀਂ ਨਹਾ ਕੇ ਆਏ, ਕਿਉਂਕਿ ਤੁਸੀਂ ਨਹਾ ਕੇ ਆਏ ਉੱਥੋਂ ਹੋਰ ਔਗਣ ਕਮਾ ਕੇ ਆ ਗਏ। ਕਹਿੰਦੇ ਤੀਰਥ 'ਤੇ ਜਾਣ ਦਾ ਫਾਇਦਾ ਕੀ ਜੇ ਉੱਥੇ ਜਾ ਕੇ ਮਾੜੀ ਮੈਲ ਜਿਹੜੀ ਮੱਤ ਨਾਲ, ਮਾੜੀ ਮੱਤ ਨਾਲ ਕਮਾਈ ਹੋਈ ਮੈਲ ਪਾਪਾਂ ਦੀ ਉਹ ਨਾ ਉਤਰੀ, ਫਿਰ ਉਹ ਤੀਰਥ ਜਾਣ ਦਾ ਫਾਇਦਾ ਕੀ ਹੈ। ਸਾਹਿਬ ਉਹ ਨਾ ਸੇਵੀਐ, ਜਮ ਡੰਡ ਸਹਾਈਐ। ਕਹਿੰਦੇ ਉਹ ਮਾਲਕ ਸਾਹਿਬ ਦੀ ਸੇਵਾ ਕਰਨ ਦਾ ਕੀ ਫਾਇਦਾ ਜੇ ਜਮਾਂ ਦਾ ਡਰ ਹੀ ਸਿਰ 'ਤੇ ਬਣਿਆ ਰਿਹਾ। ਜੇ ਜਮਾਂ ਦਾ ਡੰਡ ਸਹਾਰਨਾ ਪਿਆ ਤੇ ਫਿਰ ਸਾਹਿਬ ਦੀ ਸੇਵਾ ਕਰਨ ਦਾ ਫਾਇਦਾ ਕੀ ਹੋਇਆ। ਇਹ ਤਮਾਮ ਉਦਾਹਰਨਾਂ ਦੇ ਕਰਕੇ ਸਮਝਾਇਆ ਇਹੀ ਹੈ ਭਾਈ, ਇੱਕ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨਾਲ ਜੁੜੋ। ਉਹਦੇ ਦਰ 'ਤੇ ਆਉਣ ਨਾਲ ਇੱਥੇ ਤਮਾਮ ਜੀਵਨ ਦੀਆਂ ਆਸਾਂ ਤੇ ਮੁਰਾਦਾਂ ਪੂਰੀਆਂ ਹੁੰਦੀਆਂ। ਇੱਥੇ ਆ ਕੇ ਜਮਾਂ ਦਾ ਡਰ ਖਤਮ ਹੁੰਦਾ। ਇਸ ਤੀਰਥ 'ਤੇ ਆਇਆ ਜੀਵਨ ਦੀ ਮੈਲ ਲੈ ਜਾਂਦੀ ਹੈ। ਐਸੇ ਗੁਰੂ ਨੂੰ ਸ਼ਾਹ ਬਣਾਇਆ, ਜੀਵਨ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਘਾਟ ਨਹੀਂ ਰਹਿੰਦੀ। ਤੇ ਇੱਕੋ ਇੱਕ ਦਾਤਾ ਹੈ, ਉਹਦੇ ਦਰ 'ਤੇ ਆ ਜਾਏਗਾ ਫਿਰ ਤੈਨੂੰ ਕਿਸੇ ਦਰ 'ਤੇ ਝੋਲੀ ਨਹੀਂ ਅੱਡਣੀ ਪਏਗੀ। ਤਮਾਮ ਜ਼ਿੰਦਗੀ ਲੋਕ ਤੇ ਪਰਲੋਕ ਦੀਆਂ ਦਾਤਾਂ ਗੁਰੂ ਝੋਲੀ ਪਾਏਗਾ ਜੇ ਇੱਕ ਅਕਾਲ ਪੁਰਖ ਵਾਹਿਗੁਰੂ ਦਾਤੇ ਦੇ ਨਾਲ ਜੁੜ ਜਾਏਗਾ। ਤੋ ਇਹ ਵਿਸ਼ਵਾਸ ਤੇ ਅਕੀਦਾ ਸਾਡਾ ਦ੍ਰਿੜ ਕਰਾਇਆ ਹੈ ਭਾਈ ਗੁਰਦਾਸ ਸਾਹਿਬ ਜੀ ਨੇ ਸ਼ਬਦ ਦੁਆਰਾ ਕਿ ਦਾਤਾ ਉਹ ਨਾ ਮੰਗੀਏ ਫਿਰ ਮੰਗਣ ਜਾਈਏ। ਭਾਈ ਉਹਨਾਂ ਦਾਤਿਆਂ ਨੂੰ ਛੱਡ ਕੇ ਇੱਕ ਅਕਾਲ ਪੁਰਖ ਵਾਹਿਗੁਰੂ ਦਾਤੇ ਨਾਲ ਜੁੜਨਾ ਕਰੀਏ। ਤੋ ਆਓ ਜਿੱਥੇ ਆਪ ਜੀ ਨੇ ਕੀਰਤਨ ਦੁਆਰਾ ਹਿਰਦੇ ਘਰ ਨੂੰ ਸ਼ਰਸ਼ਾਰ ਕੀਤਾ ਹੈ, ਉੱਥੇ ਆਓ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਨਾਲ ਜੁੜਨ ਦਾ ਯਤਨ ਕਰੀਏ। ਮਨੋਬਿਰਤੀਆਂ ਇਕਾਗਰ ਕਰਦੇ ਹੋਏ ਆਪੋ ਆਪਣੀ ਹਾਜ਼ਰੀ ਸਾਹਿਬਾਨ ਦੇ ਚਰਨਾਂ ਵਿੱਚ ਲਵਾਉਂਦੇ ਹੋਏ ਕਰੋ ਰਸਨਾ ਪਵਿੱਤਰ। ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਲੜੀਵਾਰ ਸ਼ਬਦ ਵਿਚਾਰ ਅਧੀਨ ਅੱਜ ਦਾ ਜੋ ਮੁਬਾਰਕ ਹੁਕਮ ਸਾਹਿਬਾਂ ਨੇ ਸਾਡੀ ਝੋਲੀ ਪਾਇਆ ਹੈ,
ਸੋਰਠ ਰਾਗ ਅੰਦਰ ਸ਼ਹੀਦਾਂ ਦੇ ਸਰਤਾਜ ਪੰਚਮ ਗੁਰਦੇਵ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ ਨੰਬਰ 631 ਤੇ ਸੁਭਾਈਮਾਨ ਹੈ। ਪਾਤਸ਼ਾਹ ਰਹਾਉ ਦੀ ਮੰਦ ਰਾਹੀਂ ਜੋ ਸ਼ਬਦ ਦਾ ਮੂਲ ਭਾਵ ਬਖਸ਼ਿਸ਼ ਕਰ ਰਹੇ ਨੇ, ਪ੍ਰਭ ਜੀਓ ਖਸਮਾਨਾ ਕਰ ਪਿਆਰੇ, ਬੁਰੇ ਭਲੇ ਹਮ ਥਾਰੇ ਰਹਾਉ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਅੱਗੇ ਬੇਨਤੀ ਕਰ ਰਹੇ ਹੈ, ਪ੍ਰਭੂ ਜੀਓ ਖਸਮਾਨਾ ਕਰ ਪਿਆਰੇ, ਤੁਸੀਂ ਖਸਮ ਵਾਲਾ ਫਰਜ਼ ਨਿਭਾਉਣਾ ਕਰੋ। ਤੁਸੀਂ ਸਾਡੇ ਖਸਮ ਹੋ, ਮਾਲਕ ਹੋ, ਸਾਡੇ ਪਤੀ ਹੋ। ਤੇ ਖਸਮ ਦਾ ਜਿਹੜਾ ਸੁਭਾਅ ਹੁੰਦਾ ਹੈ ਉਹ ਆਪਣਿਆਂ ਦੇ ਗੁਨਾਹ ਤੇ ਔਗੁਣਾਂ ਦੀ ਵਿਚਾਰ ਨਹੀਂ ਕਰਦਾ। ਤੇ ਤੁਹਾਡੇ ਚਰਨਾਂ 'ਚ ਅਰਦਾਸ ਹੈ ਕਿ ਬੁਰੇ ਭਲੇ ਹਮ ਥਾਰੇ। ਇੱਥੇ ਸਮਰਪਿਤ ਦੀ ਭਾਵਨਾ ਹੈ, ਮਾਲਕਾ ਚਾਹੇ ਬੁਰੇ ਆ ਚਾਹੇ ਭਲੇ ਆ, ਹੈ ਅਸੀਂ ਤੁਹਾਡੇ ਆ। ਜਿਵੇਂ ਤੁਹਾਨੂੰ ਚੰਗਾ ਲੱਗਦਾ, ਜਿਉਂ ਭਾਵ ਹੈ ਤਿਉਂ ਰੱਖ ਲੈ, ਹਮ ਸ਼ਰਨ ਪ੍ਰਭ ਆਏ ਰਾਮ ਰਾਜੇ। ਜਿਵੇਂ ਤੈਨੂੰ ਪਾਉਂਦਾ ਹੈ। ਅਕਾਲ ਪੁਰਖ ਵਾਹਿਗੁਰੂ ਆਪਣੇ ਦਰ ਕਬੂਲ ਕਰੋ। ਹੈ ਬੁਰੇ ਚਾਹੇ ਭਲੇ ਹਾਂ, ਚਾਹੇ ਗੁਣ ਨੇ ਚਾਹੇ ਔਗੁਣੇ ਆ ਰਹੇ ਹਾਂ, ਮਾਲਕਾ ਅਸੀਂ ਤੇਰੇ ਦਰ ਆ ਗਏ ਹਾਂ, ਕਿਉਂਕਿ ਹੈ ਤੇ ਜੀਵਨ ਸਾਡਾ ਗੁਨਾਹਾਂ ਨਾਲ ਭਰਿਆ। ਉਹ ਵੱਖਰੀ ਗੱਲ ਮਨੁੱਖ ਕਬੂਲ ਦਾ ਨਹੀਂ ਹੈ ਅਸੀਂ ਗੁਨਾਹਾਂ ਦੇ ਨਾਲ ਭਰੇ ਹਾਂ। ਦੇਖੋ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ, ਉਹਨਾਂ ਨੇ ਇੱਕ ਵਾਰ ਉਚਾਰਨ ਕੀਤੀ, ਉਹਦੇ 'ਚ ਉਹਨਾਂ ਨੇ 20 ਔਗੁਣਾਂ ਦੀ ਗੱਲ ਕੀਤੀ ਹੈ। ਉਹ ਅਰਦਾਸ ਕਰਦੇ ਪਰਮਾਤਮਾ ਅੱਗੇ, ਕਹਿੰਦੇ ਹੋਂ ਅਪਰਾਧੀ ਗੁਨਾਹਗਾਰ, ਹੋਂ ਬੇਮੁਖ ਮੰਦਾ, ਚੋਰ ਯਾਰ ਜੁਆਰ, ਪਰ ਕਰ ਜੋ ਹੰਦਾ, ਨਿੰਦਕ ਦੁਸ਼ਟ ਹਰਾਮ ਖੋਰ, ਠੱਗ ਦੇਸ਼ ਠਗੰਦਾ, ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ, ਵਿਸ਼ਵਾਸ ਘਾਤੀ ਕਿਰਤ ਘਣ, ਮੈਂ ਕੋ ਨਾ ਰਖੰਦਾ, ਸਿਮਰ ਮੁਰੀਦਾ ਢਾਡੀਆਂ, ਸਤਿਗੁਰ ਬਖਸ਼ੰਦਾ। 20 ਔਗੁਣਾਂ ਦੀ ਗੱਲ ਕੀਤੀ ਹੈ ਭਾਈ ਸਾਹਿਬ ਜੀ। ਉਹ ਕਹਿੰਦੇ ਹੋਂ ਅਪਰਾਧੀ ਗੁਨਾਹਗਾਰ, ਹੋਂ ਬੇਮੁਖ ਮੰਦਾ। ਪਾਤਸ਼ਾਹ ਮੈਂ ਅਪਰਾਧੀ ਹਾਂ, ਮੈਂ ਗੁਨਾਹਗਾਰ ਹਾਂ, ਮੈਂ ਬੇਮੁਖ ਹਾਂ। ਪਿਛਲੇ ਦਿਨ ਸਾਂਝ ਕੀਤੀ ਸੀ, ਅਪਰਾਧ ਤਨ ਤੇ ਤਲ ਤੇ ਹੁੰਦਾ ਹੈ ਤੇ ਪਾਪ ਮਨ ਦੇ ਤਲ ਤੇ ਹੁੰਦਾ ਹੈ। ਪਾਪ ਦੀ ਸਜ਼ਾ ਮੇਰਾ ਗੁਰੂ ਦਿੰਦਾ ਹੈ, ਅਪਰਾਧ ਦੀ ਸਜ਼ਾ ਕੋਰਟ ਕਚਹਿਰੀ ਤੇ ਬਰਾਦਰੀ ਤੇ ਸਮਾਜ ਦਿੰਦਾ ਹੈ। ਅਪਰਾਧ ਤਨ ਦੇ ਤਲ ਤੇ ਹੈ, ਪਾਪ ਜਿਹੜਾ ਉਹ ਮਨ ਦੇ ਤਲ ਤੇ। ਤਾਂ ਹੀ ਗੁਰਦੇਵ ਕਹਿੰਦੇ ਨਰ ਅਚੇਤ ਪਾਪ ਤੇ ਡਰ ਰੇ। ਜਿਹੜਾ ਅਚਨਚੇਤ ਪਾਪ ਸੁਰਤ ਦੇ ਤਲ ਤੇ, ਮਨ 'ਚ ਮਾੜਾ ਆਇਆ, ਉਹ ਕਰਮ ਨਹੀਂ ਅਜੇ ਕੀਤਾ, ਪਰ ਉਹ ਲਿਖਿਆ ਜਾਣਾ ਹੈ ਤੇਰਾ ਕੀਤਾ ਸੰਕਲਪ। ਜਿਹੜਾ ਮਨ 'ਚ ਸੰਕਲਪ ਬੁਰਾ ਆਇਆ ਉਹ ਵੀ ਲਿਖਿਆ ਜਾਣਾ, ਉਹਨੂੰ ਪਾਪ ਕਿਹਾ। ਪਾਪ ਮਨ ਦੇ ਤਲ ਤੇ ਹੈ, ਅਪਰਾਧ ਤਨ ਦੇ ਤਲ ਤੇ ਹੈ। ਅਸੀਂ ਅਪਰਾਧ ਤੋਂ ਡਰਦੇ ਹਾਂ, ਮਨੁੱਖ ਸਮਾਜ ਤੋਂ ਡਰਦਾ ਹੈ, ਮਨੁੱਖ ਬਰਾਦਰੀ ਤੋਂ ਡਰਦਾ ਹੈ, ਮਨੁੱਖ ਕਾਨੂੰਨ ਤੋਂ ਡਰਦਾ ਹੈ, ਕਿਉਂਕਿ ਅਪਰਾਧ ਦੀ ਸਜ਼ਾ ਇਹ ਤਿੰਨੇ ਦਿੰਦੇ ਆ ਤੇ ਪਾਪ ਦੀ ਸਜ਼ਾ ਮੇਰਾ ਗੁਰੂ ਦਿੰਦਾ ਹੈ। ਇਸੇ ਲਈ ਗੁਰਦੇਵ ਕਹਿੰਦੇ ਨਰ ਅਚੇਤ ਪਾਪ ਤੇ ਡਰ ਰਹੇ। ਖੈਰ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਕਹਿੰਦੇ ਹੋਂ ਅਪਰਾਧੀ ਗੁਨਾਹਗਾਰ, ਮੈਂ ਗੁਨਾਹਗਾਰ ਹਾਂ। ਹੋਂ ਬੇਮੁਖ ਮੰਦਾ, ਮੈਂ ਬੇਮੁਖ ਵੀ ਹਾਂ। ਪਾਤਸ਼ਾਹ ਤੇਰੇ ਤੋਂ ਬੇਮੁਖ ਹੋ ਕੇ ਜੀਵਨ ਗੁਜ਼ਾਰ ਰਿਹਾ, ਮੇਰਾ ਮੁਖ ਤੇਰੇ ਵੱਲ ਨਹੀਂ, ਮੰਦਾ ਮੰਦ ਕਰਮੀ ਹਾਂ। ਹੋਂ ਅਪਰਾਧੀ ਗੁਨਾਹਗਾਰ, ਹੋਂ ਬੇਮੁਖ ਮੰਦਾ, ਚੋਰ ਯਾਰ ਜੁਆਰ, ਪਰ ਕਰ ਜੋ ਹੰਦਾ। ਮੈਂ ਚੋਰੀ ਵੀ ਕਰਦਾ, ਮੈਂ ਜੁਆਰੀ ਵੀ ਕਰਦਾ, ਮੈਂ ਯਾਰੀ ਵੀ ਕਰਦਾ। ਚੋਰ ਯਾਰ ਜੁਆਰ, ਪਰ ਕਰ ਜੋ ਹੰਦਾ। ਤੇ ਪਰਾਏ ਘਰਾਂ ਨੂੰ ਵੀ ਤੱਕਦਾ, ਮੇਰੀ ਨਿਗਾਹ ਪਰਾਏ ਘਰਾਂ ਵੱਲ ਵੀ। ਫਿਰ ਕਹਿੰਦੇ ਨਿੰਦਕ ਦੁਸ਼ਟ ਹਰਾਮ ਖੋਰ, ਠੱਗ ਦੇਸ਼ ਠਗੰਦਾ। ਇਹ ਆਪਣੇ ਔਗੁਣ ਸਾਰੇ ਗਿਣਾਏ ਨੇ। ਕਹਿੰਦੇ ਨਿੰਦਕ, ਮੈਂ ਨਿੰਦਾ ਵੀ ਕਰਦਾ ਹਾਂ, ਮੈਂ ਦੁਸ਼ਟ ਬਿਰਤੀ ਵਾਲਾ ਵੀ, ਨਿੰਦਕ ਦੁਸ਼ਟ ਹਰਾਮ ਖੋਰ, ਠੱਗ ਦੇਸ਼ ਠਗੰਦਾ, ਮੈਂ ਦੇਸ਼ ਨੂੰ ਵੀ ਠੱਗ ਰਿਹਾ। ਨਿਤਾ ਪ੍ਰਤੀ ਇਹ ਠੱਗੀਆਂ ਜੀਵਨ 'ਚ ਚੱਲ ਰਹੀਆਂ ਨੇ, ਲਗਾਤਾਰ ਹੋ ਰਹੀਆਂ। ਫਿਰ ਕਹਿੰਦੇ ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ। ਕਾਮ ਕ੍ਰੋਧ,
मैं कामी भी हाँ, क्रोधी भी हाँ, मद इन्हां च मस्त हाँ, नशियां विच, संसारी नशियां विच भी मैं गुलतान, काम क्रोध मद लोभ मोह, लोभ विच भी ग्रसिया, मोह विच भी ग्रसिया हाँ, काम क्रोध मद लोभ मोह अहंकार करंदा, ते हर गल दा मैं हंकार करदा भी मैं कीता। पातशाह बाणी च कहंदे ना कि कीते को मेरा समान है, करन हार तृण जाने। इन्ना कुं हंकार करदा बंदा कि अपने कीते नूं सुमेर पर्वत जिन्ना जाणदा है, ते करन हार परमेश्वर नूं तृण जाना, एक तीले दी न्याई जानदा है। कीते को मेरे समान है, सुमेर पर्वत जिड्डा अपने आप नूं बयान करदा है। छोटा जिहा काम बंदा सवार ले ना भी मैं कीता, बड़ी वडियाई करदा सारिਆਂ ਦੇ सामने मेरे द्वारा होया, सुमेर पर्वत जिन्ना वड्डा कर दिंदा अपने कीते। ते करन हार तृण जाने, ते करन हार जिहड़ा परमेश्वर है ਉਹਨੂੰ एक तीले जिन्ना जानदा है, भाव ਉਹਨੂੰ किते भी नहीं चितारदा भी ਇਹ ਉਹਦਾ कीता है। मनुख हंकार करदा भी मेरे द्वारा होया, ये सारा कुछ मैं कीता है। ते पातशाह कहंदे हंकार इन्ना कुं करदा है कि औरन को लगमात, मनसा बाचा कर्म नाम मैं देखे दूज जात। पातशाह कहंदे आपस को दीर्घ कर जांदे, हंकार च अपने आप नूं बहुत वड्डा जानदा है। औरन को लगमात, लगमात तो भाव कि लगा मात्रा जानदा है, अपने आप नूं पूरा अखर बयान करदा ते दूजिਆਂ ਨੂੰ ਇਹ लगा मात्रा ही समझदा है। आपस को दीर्घ कर जाने, अपने आप नूं बहुत वड्डा जानदा है। औरन को लगमात, ते कहंदा जिहड़ा मनुख ऐसा जीवन बसर करदा है, मनसा बाचा कर्म ना मैं देखे दोजक जात। गुरुदेव कहंदे ਉਹ मनुख मैं दोजक ਜਾਂਦੇ ਵੇਖੇ ਜਿਹੜੇ ਹੰਕਾਰ ਵਿੱਚ ਗ੍ਰਸੇ। तो भाई गुरदास साहिब जी की निमरता, वो कहते काम क्रोध मद लोभ मोह अहंकार करंदा। पातशाह मैं हंकार विच ग्रसिया होया, मेरे जीवन चो मैं मेरी खत्म नहीं हुंदी। असीं कदी भी नहीं गुनाह कबूलदे भी मालक असीं गुनाहगार हां, पर धन भाई गुरदास साहिब जी जिन्हां दी बाणी नूं गुरु ग्रंथ साहिब महाराज जी की बाणी की कुंजी आख्या गया, जिन्होंने सिख कौम के वेद व्यास का दर्जा है, तो गुरु साहबाना ने जिन्ना हजूरी माणी वो अपनी अवगुण गिना रहे हैं। वो साड़ी कतार च बह के अपनी अवगुणों की बात कर रहे हैं। असी अवगुण वाले होने तो बावजूद भी अपने गुण कबूल नहीं करते, गुनाह कबूल नहीं करते, वो अपने गुनाह गिना रहे हैं। कहने काम क्रोध मद लोभ मोह अहंकार करंदा, विश्वास घाती अकिरत घण मैं को ना रखंदा। मैं विश्वासघाती है, विश्वासघात करदा दुनिया ना, विश्वास लैके ठगियां मारदा। अकिरत घण, अकिरत घण वो हुंदा है जिहड़ा किसी दे कीते उपकार नूं भुल जाए, उहनूं अकिरत घण आख्या जाता है। भाई गुरदास साहिब जी की एक वार आउंदी, वो कहंदे धरती नूं पुछिया तैनूं भार किहदा है? वो कहंदी मैनूं किसी दा भार नहीं लगदा। कहंदे तेरे ते इन्नी दुनिया वसदी है, घर बार ने, महल माड़ियां ने, नदियां नाले ने, इन्नी वनस्पति है, ते इन्हां दा तैनूं भार नहीं व्यापदा। धरती कहंदी मैनूं किसी दा भार नहीं है, जे भार है ते केवल अकिरत घणां दा भार है जिहड़े रब तो बेमुख हो गए इस दुनिया ते आके। भाई गुरदास साहिब जी की वार है, ना तिस भारे पर्वतां आसमान कहंदे। कहंदे मैनूं ये पर्वत नहीं भारे लगदे जिहड़े धरती तो लैके आकाश तक उच्चे ने। ना तिस भारे पर्वतां आसमान कहंदे, ना तिस भारे जी जंत सब सुफल फलंदे। ना जी जंत दा भार है, ना तिस भारे सायरां नदवा वहंदे। ना आ नदियां ते ना समुद्रां दा भार है जिन्हां च अथाह पानी जिहड़ा बह रिहा है। ते अखीर विच कहंदे भारी भोए अकिरत घण मंदी हूँ मंदे। कहंदी धरती कहंदी पुकार के मैनूं इन्हां अकिरत घणां दा भार है, ये मंदे तो मंदे ने अकिरत घण। ते भाई गुरदास साहब कहंदे मालका विश्वास घाती अकिरत घण मैं को ना रखंदा, मैनूं कोई रखण वाला नहीं। ते अखीर च कहंदे सिमर मुरीदां ढाडियां सतगुर बख्शंदा। कहंदे उस मालक दे नाम नूं सिमर ढाडिया, उहनूं गा सतगुर बख्शंदा। गुरु ऐसा बख्शांदा है, वो औगण नहीं वेखदा, वो गुनाह नहीं वेखदा, वो बाहों फड़ के गले ला लैंदा है। ये मेरे गुरु का सुभाव है। पर शर्त यह है कि असीं गुरु दे हो जाइए।
इस तरह मापे बच्चों के अवगुण नहीं चितारते, माँ नहीं वेंदी बच्चा लिबड़िया मिट्टी च गंदगी च चुक के गले ला लेंदी है। इसी तरह अकाल पुरख वाहिगुरू परमात्मा जी ने जिस दिन असीं उन्हां दे हो जावांगे, फिर शुद्ध अपराध करत है जेते जननी चीत न राखस तेते, रामैया हों बारिक तेरा काहे न खंडस अवगुण मेरा। हे अकाल पुरख वाहिगुरू, असीं तुहाडे बच्चे हाँ ते साडे अवगुणां नूं क्यों नहीं विनाश करदे? ते गुरु विनाश कर दिंदा, गुरु अवगुण बख्श दिंदा, क्योंकि मेरे गुरु दे दर दा सुभाव है कि जिन्ने भी अवगुण मनुख ने माड़ी मत नाल कमाए होण, जे गुरु दर आ जाए गुरु तमाम अवगुण ते गुनाह जिहड़ा बख्श दिंदा, क्योंकि गुरु का सुभाव है सद बख्शंद सदा मेहरबाना सबना दे आधारी, नानक दास संत पाछै परियो राख लिहो ये बारी। बस ये अरदास करिए भी ये वारी रख लो, गुरु तमाम अवगुण बख्श देगा। तो गुरदेव पातशाह अज के पावन हुक्म राही भी यही अरदास बेनती जोदड़ी कर रहे ने, प्रभ जीओ खसमाना कर प्यारे। हे प्रभु जी, तुसी खसम वाला सुभाव जिहड़ा फर्ज वो अदा करो। बुरे भले हम थारे, ठीक असी भावें बुरे हाँ भावें भले हाँ, है तो मालक जी तुहाडे है ना। तो मालक का सुभाव है वो अपने बच्चों के, वो अपने सेवकों के अवगुण कदी नहीं चितारदा। ये मेरे गुरु का सुभाव है, वो गुरु पढ़दा पाउंदा है अवगुणों से। हुण वेखो ना, जीवन च असीं अनेकां गुनाह अनेकां खुनामियां करदे हां, पर मेरे गुरु का सुभाव वो फिर भी साडी पद टकी आउंदा है। असीं संसार तो पढ़दे च भी करदे हां, संसार के सामने भी करदे हां, गुरु तो वेख रहा है ना, पर उसका सुभाव है वो पद टकी आउंदा है, वो पर्दा पा के रखदा सेवक। तो ये अरदास करिए पातशाह, बुरे भले हम थारे, ये अरदास ज्यों जानो त्यों राख हर प्रभ तेरे आ। मालका तेरे आ, बस ये भरोसा हो जाए ना रब्बा तेरे आ, वो आसरे हो जाइए, गुरु इन्ने जी साडी रख लेगा जी असीं ये विश्वास कर। शायद आपने साखी साझी की होवे, एक बच्चा स्कूल पढ़ता नहीं सी, 10वीं चो फेल हो गया, पिता ने झिड़किया मारिया, अगले साल फिर पढ़न ला दिता, वो फिर अगले साल फेल हो गया। पिता को बहुत गुस्सा आया, उन्हें आख्या पढ़ेगा, कहता भी नहीं पढ़ना। उन्हें बहुत कुटिया मारिया, कहता भी पढ़ना, कहता भी नहीं पढ़ना। पिता को गुस्सा आया, उन्हें रस्सा पकड़िया, लत्तां नूं बन के खूह च लमका दिता, कहता भी 10 पढ़ेगा, कहता भी नहीं पढ़ना। उन्हें खूह च 20 फुट होर थले घलिया, कहता भी पढ़ना, कहता नहीं पढ़ना। उन्हें थले तक भेज दिता, थले पानी सी, पानी च सिर डोब के गोता दवा के बाहर कढ़िया, पुछया पढ़ना, कहता नहीं पढ़ना। हुण पिता सी इस तो वध तशद्दद नहीं सी कर सकता, उन्हें रस्सा बाहर खिंचिया तो पुत नूं बाहर कढ़ लिया, कहने लगा भी तेनू मौत तो डर नहीं लगता, तू एक बार झूठा ही कह दे भी मैं पढ़ना है, तो मैं तेनू इन्ना कुटिया इन्ना मारिया, खूह तेनू लमका दिता, जे रस्सा छड्ड दिंदा तूं तो डुब के मर जाना सी, तू एक बार झूठा ही कह दिनों भी मैं पढ़ना है। तो बच्चे का जवाब बा कमाल सी, भावें ठीक वो ढीठता ही है, पर असी पॉजिटिव सेंस लैनी है। वो कहता भी पिता मैं झूठ तो तां बोलां जे रस्सा किसी होर दे हत्थ हुंदा, मैनू पता सी रस्सा मेरे प्यो दे हत्थ है, मेरा प्यो मैनू डूब नहीं सकता। तो जे ये विश्वास सानू हो जाए भी मेरा मालक मेरा है, असीं उहदे बच्चे हाँ, तो मालक नहीं सानू डुबण देगा, जे अकीदा विश्वास साडा पक्का हो जाए। ठीक बच्चे की भावें ढीठता ही वो नहीं पढ़ रहा, पर उहदे चों गुड सेंस असीं लैनी, पॉजिटिव सेंस लैनी है कि उहदा विश्वास पक्का सी भी प्यो दे हत्थ रस्सा, कहंदा जे किसी होर दे हत्थ रस्सा हुंदा ना तो मैं पहले ही कह दिंदा भाई मैं पढ़ना है, मैनू पता सी मेरा पिता मैनू डूब नहीं सकता। इसी तरह साडे पिता अकाल पुरख वाहिगुरू वो भी सानू संसार सागर भवजल जग के अंदर डुबण नहीं देणगे संसार विच, जे असीं उन्हां दे विश्वास साडा दृढ़ अकीदा पक्का हो जाएगा। तो ये अरदास करिए, ज्यों जानो त्यों राख हर प्रभ तेरे आ, केते गणो असंख अवगुण मेरे आ। मालका किन्ने क गिना, क्योंकि मैं तो रोज़ भुलां करदा, इन्ने तो भुलां कर रहे हैं असीं, कोई एक दिन की बात थोड़ा है, सुनते रोज़ हाँ, समझदा मनुख रोज़ है, पर ये मन का सुभाव ये हर रोज़ ही भुलां करी जा रहे हैं। जिन्होंने भगत साहब कहते कबीर मन जाने सब बात, जानत ही अवगुण कर। जान बुझ के कर रहे हैं ना, पता तो सारा कुछ है, किनू नहीं समझ भी नाम जपना चाहिए, किनू नहीं समझ भाई पाप करना माड़ा है, गुनाह करना माड़ा है, झूठ बोलना माड़ा है, ठगी करनी माड़ी है, छल कपट करना माड़ा है,
पर नेता प्रति कर रहा है, ये मन नेता प्रति भुलां कर रहा है, जानता भी सारा कुछ है। भगत सिमरन कहते कबीर मन जाने सब बात, जानत ही अवगुण कर, जानदा बुझदा भी ये अवगुण कर रहा है। काहे की कुसलात हाथ दीप कुएं पर, कहते भाई कादी सियाणप चलाकी है, हੱਥ ਤੇ तेरे दीवा ते खूह च डिग ਰਿਹਾ। ਜਿਹਦੇ ਕੋਲ ਦੀਵਾ ਨਹੀਂ, ਮਨੁੱਖ ਹਨੇਰੇ 'ਚ ਤੁਰਿਆ ਜਾਂਦਾ, ਖੂਹ 'ਚ ਡਿੱਗ ਪਏ। ਕਵਾਂਗੇ ਬਦਕਿਸਮਤੀ, ਚਾਨਣਾ ਨਹੀਂ ਸੀ, ਕੋਲ ਦੀਵਾ ਨਹੀਂ ਸੀ, ਖੂਹ 'ਚ ਡਿੱਗ ਪਿਆ। ਪਰ ਤੇਰੇ ਹੱਥ ਤੇ ਦੀਵਾ, ਤੂੰ ਖੂਹ 'ਚ ਡਿੱਗ ਪਿਆ, ਕਾਹਦੀ ਸਿਆਣਪ ਹੈ। ਪਾਤਸ਼ਾਹ ਕਹਿੰਦੇ ਕਿ ਮਨੁੱਖ ਸਾਰਾ ਕੁਝ ਜਾਣਦਾ, ਮਨ ਜਾਣ ਸਭ ਬਾਤ, ਜਾਣਤ ਹੀ ਅਵਗੁਣ ਕਰੇ, ਫਿਰ ਵੀ ਕਰ ਰਿਹਾ। ਤਾਂ ਗੁਰਦੇਵ ਪਾਤਸ਼ਾਹ ਦੇ ਅੱਗੇ ਫਿਰ ਇੱਥੇ ਤੇ ਅਰਦਾਸ ਹੀ ਬਣਦੀ ਹੈ ਕਿ ਜੋ ਜਾਣੋ ਤਿਉ ਰਾਖ, ਹਰ ਪ੍ਰਭ ਤੇਰੇ। केते गणो असंख अवगुण मेरे, असंख अवगुण खते फेरे, नित प्रत सद भूलिए। काम क्रोध विकराल माया, तो प्रसादी भूली है। नेता प्रति घोल हो रहा है, काम क्रोध विकराल माया। इसे घोल 'ਚ दिन लंघ जाता है, रात लंघ जाती है, रब्बी इबादत भुल गई मनुख। काम क्रोध विकराल माया, तो प्रसादी भूलिए। फिर कहते लूक करत बेकार बिखड़े, प्रभ नेर हूँ ते नेरिया। लुक लुक के पाप कमाने, लूक करत बेकार बिखड़े, प्रभ नेर हूँ ते नेरिया, रब ते नेड़े तो भी नेड़े। तो फिर ते इको अरदास है, बिनवंत नानक दया धारो, काढ़ पवजल फेरिया। बस तू मालका रहमत करी, प्रभ जियो खसमाना कर प्यारे। तुसी खसम वाला बिरद अपना फर्ज पछाणो, बुरे भले हम थारे। मालका बुरे हाँ भले हाँ, है असीं तुहाडे हाँ। ये समर्पित की भावना गुरु अगे रखिए कि मालका असीं तेरे हाँ। अरमता दे बचन सुनो बेनंती ठाकुर मेरे, जी जंत तेरे धारे। सुनो बेनंती ठाकुर मेरे, हे मेरे ठाकुर जी मेरी बेनती सुनो। क्योंकि हुक्म जिहड़ा अपने तो छोटे नूं कीता जांदा है, बेनती अपने तो वड्डियां अगे हुंदी है। वो अकाल पुरख वाहिगुरू सारिਆਂ ਤੋਂ ਵੱਡੇ है। उन्हां अगे तो केवल जिस ठाकुर से ना ही चारा तांको कीजै सर नमस्कार। उत्थे तो नमस्कार ते बेनती ही साडी पहुँच सकती है। तो गुरुदेव भावना सहित बेनती कर रहा है कि सुनो बेनंती ठाकुर मेरे, हे मेरे ठाकुर जी मेरी बेनती सुनो। जी जंत तेरे धारे, ये जिन्ने भी जीव ते जंत ने, धारेदार थे आसरे, ये सारे तुहाडे आसरे ने। ਹੁਣ ਜਿੰਨੇ ਵੀ ਜੀਵ ਰੱਬ ਨੇ ਪੈਦਾ ਕੀਤੇ ਉਹ ਪਰਮੇਸ਼ਰ ਦੇ ਆਸਰੇ ਹੈ ਨਾ। ਇੱਕ ਮਨੁੱਖ ਆਸਰਾ ਛੱਡ ਪੈਂਦਾ, ਦੇਖੋ ਹੈ 84 ਦਾ ਸਰਦਾਰ ਹੈ, ਇਹਨੂੰ ਰੱਬ ਦੇ ਆਸਰਾ ਨਹੀਂ ਹੈ, ਇਹ ਚਿੰਤਾ ਦੇ ਆਲਮ 'ਚ ਡੁੱਬਾ ਰਹਿੰਦਾ ਹੈ। ਅਤੇ ਜਿੰਨੀ ਵੀ ਜੂਨਾਂ ਨੇ ਉਹ ਰੱਬ ਦੇ ਆਸਰੇ ਹੈ। ਦਿਨ ਚੜ੍ਹਦਾ ਹੈ ਉਹ ਤਾਂ ਵੀ ਆਨੰਦ 'ਚ ਨੇ, ਰਾਤ ਪੈਂਦੀ ਤੇ ਤਾਂ ਵੀ ਆਨੰਦ 'ਚ ਨੇ। ਪੰਛੀ ਤੇ ਪਰਿੰਦੇ ਤੇ ਪਸ਼ੂ ਉਹ ਸਵੇਰੇ ਤੁਰਦੇ ਆ ਪੇਟ ਪੂਰਤੀ ਲਈ, ਜਦੋਂ ਮਿਲ ਜਾਂਦਾ ਪੇਟ ਦੀ ਪੂਰਤੀ ਹੁੰਦੀ, ਆਨੰਦ 'ਚ ਸੌਂ ਜਾਂਦੇ ਆ। ਉਹਨਾਂ ਨੇ ਦਾ ਨਿਵਾਸ ਵੀ ਕੋਈ ਪੱਕਾ ਨਹੀਂ ਹੈ, ਰੁੱਖਾਂ ਦੀਆਂ ਟਾਹਣੀਆਂ 'ਤੇ ਰਾਤ ਕੱਟਦੇ ਹੈ। ਉੱਥੇ ਉਹਨਾਂ ਕੋਈ ਭੜੋਲੇ ਨਹੀਂ ਭਰੇ। ਮਨੁੱਖ ਨੇ ਸਾਲ ਦਾ ਰਾਸ਼ਨ ਜਮ੍ਹਾਂ ਕੀਤਾ ਤੇ ਫਿਰ ਵੀ ਚਿੰਤਾ ਦੇ ਆਲਮ 'ਚ ਡੁੱਬਾ, ਹਾਏ ਆਉਣ ਵਾਲੇ ਕੱਲ੍ਹ ਕੀ ਬਣਨਾ। ਗੁਰਦੇਵ ਕਹਿੰਦੇ ਉਹਨਾਂ ਪੰਛੀ ਤੇ ਪਰਿੰਦਿਆਂ ਤੋਂ ਸਿੱਖ, ਚੁਗੈ ਚਿਤਾਰੇ ਵੀ ਚੁਗੈ, ਚੁਗ ਚੁਗ ਚਿਤਾਰੇ, ਜੈਸੇ ਬਚਰੇ ਕੂੰਜ ਮਨ ਮਾਇਆ ਮਮਤਾਰੇ। ਉਹ ਫਿਰ ਵੀ ਸ਼ੁਕਰਾਨੇ 'ਚ ਹੈ। ਉਹਨਾਂ ਦੀ ਜ਼ਿੰਦਗੀ 'ਚ ਚਿੰਤਾ ਝੋਰੇ ਤੇ ਇੰਨੇ ਦੁੱਖ ਨਹੀਂ ਹੈ ਜਿੰਨੇ ਮਨੁੱਖ ਦੀ ਜੀਵਨ 'ਚ ਹੈ। ਹੁਣ ਵੇਖੋ ਨਾ, ਪਸ਼ੂ ਨੂੰ ਭੋਜਨ ਮਿਲ ਗਿਆ, ਉਹ ਆਰਾਮ ਨਾਲ ਲੱਤਾਂ ਪਸਾਰ ਕੇ ਧਰਤੀ 'ਤੇ ਸੌਂ ਜਾਂਦਾ ਹੈ, ਉਹਨੂੰ ਕੋਈ ਕੱਲ੍ਹ ਦੀ ਚਿੰਤਾ ਨਹੀਂ ਹੈ। ਪੰਛੀਆਂ ਨੂੰ ਕੱਲ੍ਹ ਦੀ ਚਿੰਤਾ ਨਹੀਂ ਹੈ। ਉਡਾਰੀ ਭਰਦੇ ਨੇ ਪੇਟ ਪੂਰਤੀ ਲਈ, ਸ਼ਾਮ ਨੂੰ ਚੋਗਾ ਮਿਲ ਜਾਂਦਾ, ਆ ਜਾਂਦੇ ਬੱਚਿਆਂ ਦੇ ਮੂੰਹ 'ਚ ਪਾ ਕੇ ਆਪਦੀ ਪੇਟ ਪੂਰਤੀ ਕਰਕੇ ਆਰਾਮ ਨਾਲ ਰਾਤ ਕੱਟਦੇ ਹੈ। ਦਿਨ ਚੜ੍ਹਦਾ ਫਿਰ ਇਬਾਦਤ ਵਿੱਚ ਜੁੜਦੇ ਹੈ। ਪੰਛੀ ਸਵੇਰੇ ਤੇ ਸ਼ਾਮ ਇਬਾਦਤ ਕਰਦੇ ਹੈ। ਇਹ ਮਨੁੱਖ ਸ਼ੁਕਰਾਨਾ ਵੀ ਨਹੀਂ ਕਰਦਾ, ਇਹਨੂੰ ਦੇ ਵੀ ਪਰਮੇਸ਼ਰ ਸਾਰਾ ਕੁਝ ਰਿਹਾ, ਫਿਰ ਵੀ ਇਹਦੇ ਜੀਵਨ 'ਚ ਪਲ ਪਲ ਦੀ ਚਿੰਤਾ ਤੇ ਸੈਂਸ ਹੈ ਆਉਣ ਵਾਲੇ ਕੱਲ੍ਹ ਦਾ। ਕਿਉਂਕਿ ਇਹਦਾ ਅਕੀਦਾ ਡੁੱਲਦਾ, ਇਹਦਾ ਭਰੋਸਾ ਡੁੱਲਦਾ, ਇਹਦੇ ਅੰਦਰ ਵਿਸ਼ਵਾਸ ਨਹੀਂ ਹੈ 84 ਦਾ ਸਰਦਾਰ ਹੈ। ਤਾਂ ਹੀ ਤੇ ਇਹਦੇ ਕਰਮ ਵੇਖ ਕੇ ਆਖਿਆ ਨਾ, ਤੂੰ ਪਸ਼ੂਆਂ ਤੋਂ ਥੱਲੇ ਹੈ, ਤੂੰ ਪਸ਼ੂਆਂ ਵਰਗਾ ਹੈ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ, ਬਾਹਰ ਭੇਖ ਅੰਤਰ ਮਲ ਮਾਇਆ, ਸ਼ਬਸ ਨਾਹੀਂ ਕੱਛ ਕਰੇ ਸ਼ਿਕਾਇਆ। ਜਿੰਨਾ ਮਰਜ਼ੀ ਯਤਨ ਕਰ ਲਾ, ਪ੍ਰਗਟ ਤੂੰ ਹੋ ਜਾਣਾ ਇੱਕ ਦਿਨ, ਕਿਉਂਕਿ ਕਰਮਾਂ ਰਾਹੀਂ ਪ੍ਰਗਟ ਹੁੰਦਾ ਹੈ ਨਾ। ਅੰਦਰ ਦੀ ਬਿਰਤੀ ਜੋ ਜੀ ਹੋਏ ਸੋ ਉਗਵੈ, ਇੱਕ ਦਿਨ ਬਾਹਰ ਆ ਜਾਣਾ।
जिन्ना मर्जी पर्दा पा लै, क्योंकि सियाने कहते अंदर दियां पक्कियां बाहर आ जाती, जो अंदर है वो एक दिन प्रगट हो जाना है संसार। तो गुरदेव पातशाह कह रहे हैं कि उस अकाल पुरख वाहिगुरू के भरोसे हो, ਉਹਦੇ नाम नाल जुड़, वो तमाम जीवां नूं रोजी दे रहा, पाल रहा है। वेखो इसे लिए जे किते मनुख नितने बाणियां दे अर्थ समझ ले, सच जाणिओ, साडा अकीदा नहीं डोलेगा। उन्हां विच ही सानूं सिੱਖਿਆ ਦਿੱਤੀ है, काहे रे मन चितवै उद्यम जा आहर हर जियो परिया, सैल पत्थर में जंत उपाए तांका रिजक आगे कर तरिया। ਜਿਹੜੇ ਪੱਥਰਾਂ 'ਚ ਕੀੜਾ ਪੈਦਾ ਕੀਤੇ ਨੇ ਰੱਬ, ਤੇ ਉਹਨਾਂ ਨੂੰ ਰੋਜੀ ਦੇ ਰਿਹਾ, ਤੈਨੂੰ ਕਿਉਂ ਨਾ ਦੇਗਾ। ਪਰ ਮਨੁੱਖ ਦੀ तमाम ਜ਼ਿੰਦਗੀ ਚਿੰਤਾ, ਇਸੇ ਰੋਜੀ ਦੀ ਚਿੰਤਾ 'ਚ ਲੰਘ ਜਾਂਦੀ ਹੈ। ਤੇ ਸਾਡਾ ਜੀਵਨ ਆਰੰਭ ਹੈ ਚੇਤੇ ਤੋਂ। ਗੁਰਦੇਵ ਕਹਿੰਦੇ ਚੇਤ ਗੋਬਿੰਦ ਆਰਾਧੀ ਹੈ, ਹੋਵੇ ਆਨੰਦ ਖਣਾ। ਮਨੁੱਖ ਤੇਰਾ ਕੰਮ ਰੱਬ ਦਾ ਚਿੰਤਨ ਕਰਨਾ ਹੈ, ਚਿੰਤਾ ਨਹੀਂ। ਚਿੰਤਾ ਉਸ ਪਰਮੇਸ਼ਰ ਨੂੰ ਹੈ ਜਿਹਨੇ ਸਾਨੂੰ ਸੰਸਾਰ 'ਚ ਭੇਜਿਆ। ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ। ਅਸੀਂ ਕੋਈ ਆਪ ਥੋੜ੍ਹਾ ਆਏ ਸੰਸਾਰ 'ਚ, ਉਹਦਾ ਹੁਕਮ ਸੀ। ਜਾਂ ਤਿਸ ਭਾਣਾ ਤਾਂ ਜੰਮਿਆ, ਜਨਮ ਤਾਂ ਹੋਇਆ ਨਾ ਜੇ ਉਹਦਾ ਹੁਕਮ ਸੀ। ਤੇ ਜਿਹਨੇ ਭੇਜਿਆ ਉਹਨੂੰ ਫਿਕਰ ਹੈ ਭਾਈ ਰੋਜੀ ਦਾ। ਠੀਕ ਉਦਮ ਕਰਨਾ ਸਾਨੂੰ ਹੁਕਮ ਹੈ। ਗੁਰੂ ਨਾਨਕ ਸਾਹਿਬ ਨੇ 3 ਸੁਨਹਿਰੀ ਸਿਧਾਂਤ ਦਿੱਤੇ, ਉਹਦੇ 'ਚ ਪਹਿਲਾ ਹੁਕਮ ਇਹ ਹੈ ਕਿਰਤ ਕਰਨਾ। ਗੁਰਦੇਵ ਨੇ ਕਿਹਾ ਉਦਮ ਕਰੇਂਦਿਆ ਜੀਓ ਤੂੰ, ਕਮਾਉਂਦਿਆਂ ਸੁਖ ਪੁੰਜ, ਧਿਆਏਂਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ। ਪਾਤਸ਼ਾਹ ਕਹਿੰਦੇ ਉਦਮ ਕਰੇਗਾ, ਮਿਹਨਤ ਕਰੇਗਾ ਤੇ ਸੁੱਖ ਸਹੂਲਤਾਂ ਮਿਲ ਜਾਣਗੀਆਂ। ਇਸੇ ਤਰ੍ਹਾਂ ਧਿਆਏਂਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ, ਤੇਰੀਆਂ तमाम ਚਿੰਤਾਵਾਂ ਝੂਰੇ ਦੂਰ ਹੋਣਗੇ। ਉਸ ਪਰਮਾਤਮਾ ਦੇ ਨਾਮ ਨੂੰ ਆਰਾਧਨਾ ਕਰ। ਤੋ ਗੁਰਦੇਵ ਪਾਤਸ਼ਾਹ ਇਹ ਸਾਨੂੰ ਸਾਡੇ ਡੋਲਦੇ ਹੋਏ ਮਨਾਂ ਨੂੰ ਭਰੋਸਾ ਦੇ ਰਹੇ ਤੇ ਸਾਨੂੰ ਸਿੱਖਿਆ ਦੇ ਰਹੇ। ਭਾਈ ਉਹ ਪਰਮਾਤਮਾ ਅੱਗੇ ਅਰਦਾਸ ਕਰੀਏ ਕਿ ਸੁਨੋ ਬੇਨੰਤੀ ਠਾਕੁਰ ਮੇਰੇ, ਜੀ ਜੰਤ ਤੇਰੇ ਧਾਰੇ। ਇਹ ਜਿੰਨੇ ਵੀ ਜੀਵ ਜੰਤ ਪਰਮੇਸ਼ਰ ਤੇਰੇ ਆਸਰੇ ਨੇ। ਰਾਖ ਪੈਜ ਨਾਮ ਆਪਣੇ ਕੀ, ਕਰਨ ਕਰਾਵਣ ਹਾਰੇ। ਰਾਖ ਪੈਜ ਨਾਮ ਆਪਣੇ ਕੀ। ਭਾਈ ਜਿਹੜੇ ਪਰਮੇਸ਼ਰ ਤੇਰਾ, ਜਿਹੜੇ ਤੁਹਾਡਾ ਨਾਮ ਜਪਦੇ ਹੈ, ਉਹਨਾਂ ਦੀ ਪੈਜ ਪਰਮੇਸ਼ਰ ਰੱਖਦਾ, ਉਹਦਾ ਬਿਰਧ ਹੈ। ਰਾਖ ਪੈਜ ਨਾਮ ਆਪਣੇ ਕੀ। ਜਿਹੜੇ ਉਹਦੇ ਨਾਮ ਨਾਲ ਜੁੜ ਜਾਂਦੇ ਹੈ, ਉਹਨਾਂ ਦੀ ਗੁਰੂ ਪੈਜ ਰੱਖਦਾ ਹੈ। ਉਹਨਾਂ ਦੀ ਇਹ ਲੋਕ ਤੇ ਪੜੋ ਭਗਤਾਂ ਦੀ ਸਦਾ ਤੂੰ ਰੱਖਦਾ ਆਇਆ ਹਰ ਜੀਓ, ਧੁਰ ਤੋਂ ਰੱਖਦਾ ਆਇਆ ਰਾਮ। ਇਹ ਉਹਦਾ ਸੁਭਾਅ ਹੈ, ਉਹ ਆਪਣੇ ਨਾਮ ਦੀ ਪੈਜ ਰੱਖਦਾ ਹੈ। ਜਿਹੜੇ ਉਹਦੇ ਨਾਮ ਨਾਲ ਜੁੜ ਜਾਂਦੇ ਹੈ, ਉਹਨਾਂ ਦੀ ਲੋਕ ਤੇ ਪਰਲੋਕ ਗੁਰੂ ਪਦ ਰੱਖਦਾ ਤੇ ਹਰ ਯੁੱਗ ਵਿੱਚ ਰੱਖਦਾ ਆਇਆ। ਆਸਾ ਕੀ ਵਾਰ 'ਚ ਆਪ ਜੀ ਨੇ ਸ਼੍ਰਵਣ ਕੀਤਾ, ਹਰ ਯੁੱਗ ਯੁੱਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਯੁੱਗ ਵਿੱਚ, ਭਾਵੇਂ ਤ੍ਰੇਤੇ 'ਚ ਭਗਤ ਸਾਹਿਬਾਨ ਸਨ, ਭਾਵੇਂ ਕੋਈ ਦੁਆਪਰ 'ਚ ਹੈ, ਭਾਵੇਂ ਸਤਯੁਗ ਸਨ, ਪਰਮੇਸ਼ਰ ਹਰ ਯੁੱਗ ਵਿੱਚ ਆਪਣੇ ਭਗਤਾਂ ਦੀ ਪੈਜ ਰੱਖਦਾ ਹੈ। ਰਾਖ ਪੈਜ ਨਾਮ ਆਪਣੇ ਕੀ, ਕਰਨ ਕਰਾਵਣ ਹਾਰੇ। ਇਹ ਕਰਨ ਤੇ ਕਰਾਉਣ ਵਾਲੇ ਪ੍ਰਭੂ, ਆਪਣੇ ਨਾਮ ਦੀ ਪੈਜ ਰੱਖਣਾ ਕਰੋ। ਪ੍ਰਭ ਜੀਓ ਖਸਮਾਨਾ ਕਰ ਪਿਆਰੇ, ਬੁਰੇ ਭਲੇ ਹਮ ਥਾਰੇ ਰਹਾਓ। हे ਪ੍ਰਭੂ ਜੀ, ਤੁਸੀਂ ਖਸਮ ਵਾਲਾ ਫਰਜ਼ ਨਿਭਾਵੋ। ਚਾਹੇ ਬੁਰੇ ਹਾਂ ਚਾਹੇ ਭਲੇ ਹਾਂ, ਮਾਲਕ ਅਸੀਂ ਤੁਹਾਡੇ ਬੱਚੇ ਹਾਂ। ਤੇ ਮਾਪੇ ਬੱਚਿਆਂ ਦੇ ਔਗਣ ਕਦੇ ਨਹੀਂ ਜਿਤਾਰਦੇ। ਲੋਕ ਕਹਿਣਗੇ ਤੁਹਾਡੇ ਬੱਚੇ 'ਚ ਖੁਨਾਮੀ ਹੈ, ਮਾਂ ਕਹਿੰਦੀ ਮੇਰਾ ਲਾਲ ਸਾਰਿਆਂ ਨੂੰ ਚੰਗਾ ਹੈ। ਮਾਪੇ ਕਹਿੰਦੇ ਸਾਡੇ ਪੁੱਤ ਵਰਗਾ ਤੇ ਦੁਨੀਆ 'ਤੇ ਪੁੱਤ ਕੋਈ ਨਹੀਂ ਹੈ, ਕਿਉਂਕਿ ਉਹ ਔਗਣਾਂ 'ਤੇ ਵੀ ਪਰਦਾ ਪਾਉਂਦੇ ਹੈ। ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਨੇ, ਜਿਸ ਦਿਨ ਅਸੀਂ ਉਹਨਾਂ ਦੇ ਬੱਚੇ ਬਣ ਜਾਵਾਂਗੇ, ਉਹ ਸਾਡੇ ਔਗਣ ਨਹੀਂ ਚਿਤਾਰਨਗੇ, ਸਾਡੀ ਪੱਤ ਲੋਕ ਤੇ ਪਰਲੋਕ ਟੱਕਣਗੇ। ਰਹਾਉ ਸੁਣੀ ਪੁਕਾਰ ਸਮਰੱਥ ਸੁਆਮੀ, ਬੰਧਨ ਕਾਟ ਸਵਾਰੇ। ਸੁਣੀ ਪੁਕਾਰ ਸਮਰੱਥ ਸੁਆਮੀ। ਇਸ ਤਰ੍ਹਾਂ ਜਗਿਆਸੂ ਬਿਰਤੀਆਂ ਦੇ ਰੂਪ ਵਿੱਚ ਜਿਹੜੇ ਜਗਿਆਸੂ ਜਨ ਪਰਮਾਤਮਾ ਦੇ ਦਰ ਅਰਦਾਸ ਕਰਦੇ, ਜਿਸ ਦਿਨ ਅਰਦਾਸ ਇਹ ਪੁਕਾਰ ਰੱਬ ਦਰ ਕਬੂਲ ਪੈਂਦੀ। ਸੁਣੀ ਪੁਕਾਰ ਸਮਰੱਥ ਸੁਆਮੀ। ਜਿਸ ਦਿਨ ਸਮਰੱਥ ਮਾਲਕ ਸੁਆਮੀ ਨੇ ਪੁਕਾਰ ਸੁਣ ਲਈ, ਬੰਧਨ ਕਾਟ ਸਵਾਰੀ। ਉਹ ਕੀ ਕਰਦਾ ਫਿਰ? ਇਹ ਮਾਇਆ ਦੇ ਬੰਧਨ, ਇਹ ਵਿਕਾਰਾਂ ਦੇ ਬੰਧਨ ਕੱਟ ਕੇ ਜੀਵਨ ਨੂੰ ਸਵਾਰ ਦਿੰਦਾ ਹੈ, ਗੁਣਾਂ ਦੇ ਨਾਲ ਭਰ ਦਿੰਦਾ ਹੈ। ਮੇਰੇ ਗੁਰੂ ਦਾ ਸਵਾਰ ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ। ਉਹ ਗੁਣਹੀਣਾਂ ਨੂੰ ਗੁਣਾਂ ਦੀ ਦਾਤ ਦੇ ਕੇ ਸਵਾਰ ਦਿੰਦਾ ਹੈ, ਉਹਨਾਂ ਨੂੰ ਸ਼ੁਭ ਗੁਣਾਂ ਦਾ ਸ਼ਿੰਗਾਰ ਕਰਾ ਦਿੰਦਾ ਹੈ, ਜਿਹਦੇ ਰਾਹੀਂ ਉਹਨਾਂ ਨੂੰ ਲੋਕ ਤੇ ਪਰਲੋਕ ਮਾਣ ਮਿਲਦਾ ਹੈ। ਸੁਣੀ ਪੁਕਾਰ ਸਮਰੱਥ ਸੁਆਮੀ, ਬੰਧਨ ਕਾਟ ਸਵਾਰੇ। ਪਹਿਰ ਸਿਰ ਪਾਓ
सेवक जन मेले नानक प्रगट पहारे। हे नानक मालक दे दर दा सुभाग अपने सेवकां नूं पहर सिर पाओ सेवक जन मेले। उन्हां नूं बख्शिश रूप सरूपा दिंदा है, उन्हां नूं निवाज दिंदा है। नानक प्रगट पहारे उन्हां नूं संसार च प्रसिद्ध कर दिंदा है। मानस क्या विचारा तिह लोक सुनाए सी। एक लोक ਦੇ ਕੀ ਪਾਤਸ਼ਾਹ ਕਹਿੰਦੇ ਤਿੰਨਾਂ ਲੋਕਾਂ 'ਚ ਪਰਮੇਸ਼ਰ ਆਪਣੇ ਭਗਤਾਂ ਦਾ ਜਸ ਕਰਾ ਦਿੰਦਾ ਹੈ, ਉਹਨਾਂ ਦੀ ਵਡਿਆਈ ਕਰਾ ਦਿੰਦਾ ਹੈ, ਉਹਨਾਂ ਨੂੰ ਬਖਸ਼ਿਸ਼ ਦਾ ਸਰੂਪਾ ਦੇ ਦਿੰਦਾ ਹੈ ਤੇ ਉਹਨਾਂ ਨੂੰ ਨਿਵਾਜ ਦਿੰਦਾ ਹੈ। ਉਹ ਲੋਕ ਤੇ ਪਰਲੋਕ ਉਹਨਾਂ ਨੂੰ ਮਾਣ ਮਿਲਦਾ ਹੈ। ਸੰਸਾਰ ਤੇ ਸਿਜਦੇ ਕਰਦਾ ਹੈ, ਪਰ ਜਿਸ ਦਿਨ ਸੰਸਾਰ ਤੋਂ ਨਿਰੰਕਾਰ ਦੇ ਦਰ ਜਾ ਕੇ ਕਬੂਲ ਪੈਂਦੇ ਆ ਉੱਥੇ ਵੀ ਰੇ ਰੇ ਦਰਗਹਿ ਕਹਿ ਨ ਕੋ ਆਓ ਬੈਠ ਆਦਰ ਸ਼ੁਭ ਦਿਓ, ਉੱਥੇ ਵੀ ਮਾਣ ਮਿਲਦਾ ਹੈ। ਇਹ ਮੇਰੇ ਮਾਲਕ ਦੇ ਦਰ ਦਾ ਸੁਭਾਅ ਹੈ। ਪਹਿਰ ਸਿਰ ਪਾਓ ਸੇਵਕ ਜਨ ਮੇਲੇ, ਕਿਉਂਕਿ ਸਰੂਪਾ ਬਖਸ਼ਿਸ਼ ਦਾ ਪ੍ਰਤੀਕ ਹੈ। ਅਸੀਂ ਗੁਰੂ ਘਰ ਕੋਈ ਸੇਵਾ ਕਰਦਾ ਹੈ ਉਹਨੂੰ ਸਿਰਪਾਓ ਦਿੱਤਾ ਜਾਂਦਾ ਹੈ, ਉਹਨੂੰ ਭਾਵ ਬਖਸ਼ਿਸ਼ ਮਿਲਦੀ ਗੁਰੂ ਕੀ। ਇਸੇ ਤਰ੍ਹਾਂ ਮੇਰਾ ਮਾਲਕ ਆਪਣੇ ਸੇਵਕ ਨੂੰ ਬਖਸ਼ਿਸ਼ ਰੂਪ ਸਰੂਪਾ ਦਿੰਦਾ ਹੈ ਤੇ ਉਹਨੂੰ ਸੰਸਾਰ 'ਚ ਪ੍ਰਗਟ ਕਰ ਦਿੰਦਾ ਹੈ। ਵੇਖੋ ਮਨੁੱਖ ਤੁਰਦਾ ਧਰਮ ਦੇ ਰਾਹ ਆਪਣੀ ਨਿੱਜੀ ਲੋੜ ਕਰਕੇ, ਮੈਂ ਬੇਨਤੀ ਕਰਾਂ, ਪਰ ਮਾਲਕ ਦੇ ਦਰੋਂ ਕਿੱਡੀ ਵਡਿਆਈ ਮਿਲਦੀ। ਸੱਚਾ ਮਾਰ ਕੇ ਚੱਲਦੇ ਹਾਂ, ਉਸਤਤ ਕਰੇ ਜਹਾਨ। ਸੰਸਾਰ ਉਹਦੀ ਉਸਤਤ ਕਰਦਾ, ਵਡਿਆਈ ਕਰਦਾ। ਮਨੁੱਖ ਬੜਾ ਧਰਮੀ ਹੈ, ਕਹਿੰਦੇ ਕੁਰਬਾਨ ਜਾਣੇ ਸਿੱਖ ਤੋਂ, ਨਿਤਨੇਮੀ ਹੈ, ਇੰਦਤਾ ਪ੍ਰਤੀ ਗੁਰੂ ਦਰ ਜਾਣ ਵਾਲਾ ਹੈ, ਇਹ ਬਾਣੀ ਪੜ੍ਹਨ ਵਾਲਾ, ਇਹ ਰਸੀਆ ਪੁਰਸ਼ ਹੈ। ਸੰਸਾਰ ਉਹਨੂੰ ਸਿਜਦੇ ਕਰਦਾ ਹੈ, ਝੁਕਦਾ ਹੈ। ਤੇ ਗੁਰਦੇਵ ਕਹਿੰਦੇ ਇਹ ਮੇਰੇ ਮਾਲਕ ਦੀ ਵਡਿਆਈ ਹੈ। ਪਹਿਰ ਸਿਰ ਪਾਓ ਸੇਵਕ ਜਨ ਮੇਲੇ, ਆਪਣੇ ਸੇਵਕਾਂ ਨੂੰ ਬਖਸ਼ਿਸ਼ ਰੂਪ ਸਰੂਪਾ ਦੇ ਕੇ ਚਰਨਾਂ ਨਾਲ ਜੋੜ ਲੈਂਦਾ ਹੈ। ਨਾਨਕ ਪ੍ਰਗਟ ਪਹਾਰੇ, ਇਹ ਸੰਸਾਰ ਵਿੱਚ ਉਹਨਾਂ ਨੂੰ ਪ੍ਰਗਟ ਕਰ ਦਿੰਦਾ, ਪ੍ਰਸਿੱਧ ਕਰ ਦਿੰਦਾ ਹੈ। ਉਹਨਾਂ ਦੀ ਪੱਤ ਸੰਸਾਰ ਵਿੱਚ ਤੇ ਨਿਰੰਕਾਰ ਦੇ ਦਰਗਿਆਮੀ ਅਕਾਲ ਪੁਰਖ ਵਾਹਿਗੁਰੂ ਉਹਨਾਂ ਨੂੰ ਪ੍ਰਸਿੱਧ ਕਰਦਾ ਹੈ ਤੇ ਉਹਨਾਂ ਦੀ ਲੋਕ ਪਰਲੋਕ ਪੱਤ ਹੁੰਦੀ ਹੈ। ਉਹਨਾਂ ਦੀ ਸ਼ੋਭਾ ਤੇ ਵਡਿਆਈ ਵੱਧਦੀ ਹੈ ਜਿਨ੍ਹਾਂ ਨੂੰ ਗੁਰੂ ਬਖਸ਼ਿਸ਼ ਰੂਪ ਸਰੂਪਾ ਦੇ ਦਿੰਦਾ ਹੈ। ਤੋ ਹਜ਼ੂਰ ਪਾਤਸ਼ਾਹ ਅੱਜ ਦੇ ਪਾਵਨ ਹੁਕਮ ਰਾਹੀਂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਇਹ ਦਾਤ ਦੇ ਰਹੇ ਕਿ ਇਹ ਕਦੋਂ ਬਖਸ਼ਿਸ਼ ਰੂਪ ਸਰੂਪਾ ਮਿਲਣਾ, ਜਿਸ ਦਿਨ ਅਸੀਂ ਪਰਮਾਤਮਾ ਦਰ ਆ ਕੇ ਜੋਦੜੀ ਕਰਾਂਗੇ। ਸੁਣੋ ਬੇਨੰਤੀ ਠਾਕੁਰ ਮੇਰੇ ਜੀ ਜਨ ਤੇਰੇ ਤਾਰੇ। ਇਹ ਨਿਦਾ ਪ੍ਰਤੀ ਬੇਨਤੀਆਂ ਅਰਦਾਸਾਂ ਅੰਦਰੋਂ ਕਰੀਏ, ਜਿਹਨੂੰ ਭਗਤ ਸਾਹਿਬ ਕਹਿੰਦੇ ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਐ ਆਸਾ, ਰਾਤ ਦਿਵਸ ਕੇ ਕੂਕਣੇ ਕਬ ਹੂੰ ਕੇ ਸੁਨੈ ਪੁਕਾਰ। ਮਨਾ ਦਿਨ ਰਾਤ ਕੂਕਦਾ ਰਹੇ, ਕਦੀ ਤੇ ਗੁਰੂ ਪੁਕਾਰ ਸੁਣੇਗਾ ਨਾ। ਤੇ ਜਿਸ ਦਿਨ ਤੇਰੀ ਪੁਕਾਰ ਦਰ ਕਬੂਲ ਪੈ ਗਈ, ਫਿਰ ਪਹਿਰ ਸਿਰ ਪਾਓ ਸੇਵਕ ਜਨ ਮੇਲੇ। ਨਾਨਕ ਪ੍ਰਗਟ ਪਹਾਰੇ, ਉਦਨ ਗੁਰੂ ਬਖਸ਼ਿਸ਼ ਰੂਪ ਸਰੂਪਾ ਦੇ ਕੇ ਚਰਨਾਂ ਨਾਲ ਜੋੜ ਦੇਗਾ ਤੇ ਸੰਸਾਰ ਵਿੱਚ ਪ੍ਰਸਿੱਧ ਕਰ ਦੇਗਾ। ਇਹ ਮੇਰੇ ਮਾਲਕ ਦੇ ਦਰ ਦਾ ਸੁਭਾਅ। ਰਹਾਉ ਦਾ ਬੰਨ ਜੋ ਮੂਲ ਭਾਵ ਇਹੀ ਹੈ, ਪ੍ਰਭ ਜੀਓ ਖਸਮਾਨਾ ਕਰ ਪਿਆਰੇ। ਇਹ ਅਰਦਾਸ ਕਰੀਏ, ਮਾਲਕ ਜੀ ਤੁਸੀਂ ਆਪਣਾ ਖਸਮ ਵਾਲਾ ਬਿਰਦ ਪਛਾਣੋ, ਬੁਰੇ ਭਲੇ ਹਮ ਥਾਰੇ। ਅਸੀਂ ਬੁਰੇ ਹਾਂ, ਭਲੇ ਹਾਂ, ਮਾਲਕਾ ਤੁਹਾਡੇ ਹਾਂ। ਜਿਸ ਦਿਨ ਇਹ ਭਾਵਨਾ ਨਾਲ ਅਰਦਾਸ ਕਰਾਂਗੇ, ਆਪਣੇ ਗੁਨਾਹ ਗੁਰੂ ਅੱਗੇ ਆ ਕੇ ਕਬੂਲ ਲਵਾਂਗੇ। ਸੱਚ ਜਾਣਿਓ ਮੇਰੇ ਗੁਰੂ ਕਾ ਸੁਭਾਅ, ਬਾਹਾਂ ਪਕੜ ਕੱਢ ਲੀਨੇ ਆਪਣੇ ਗ੍ਰਹਿ ਅੰਧ ਕੂਪ ਤੇ ਮਾਇਆ। ਇਹ ਸੰਸਾਰ ਹਨੇਰਾ ਰੂਪ ਖੂਹ ਜਿਹੜਾ ਹੈ, ਇਸ ਅਨਾਤਮ ਦੇ ਖੂਹ ਚੋਂ ਗੁਰੂ ਬਾਂਹ ਫੜ ਕੇ ਬਾਹਰ ਕਰ ਲੈਂਦਾ। ਬਾਹਾਂ ਪਕੜ ਕੱਢ ਲੀਨੇ ਆਪਣੇ ਗ੍ਰਹਿ ਅੰਧ ਕੂਪ ਤੇ ਮਾਇਆ, ਕਹੋ ਨਾਨਕ ਬੰਧਨ ਗੁਰ ਕਾਟੇ ਬਿਸ਼ਰਤ ਆਣ ਮਿਲਾਇਆ। ਗੁਰੂ ਤਮਾਮ ਜੀਵਨ ਦੇ ਬੰਧਨ ਕੱਢ ਦਿੰਦਾ ਹੈ ਤੇ ਵਿਛੜਿਆਂ ਨੂੰ ਮਿਲਾ ਲੈਂਦਾ ਹੈ। ਇਹੀ ਸਾਡੀ ਮੰਜ਼ਿਲ ਹੈ ਕਿ ਵਿਛੋੜਾ ਮਿਲਾਪ 'ਚ ਤਬਦੀਲ ਹੋ ਜਾਏ। ਇਸੇ ਲਈ ਸੰਸਾਰ 'ਚ ਆਏ, ਇਹ ਪੰਜ ਭੌਤਿਕ ਸਰੀਰ ਇਸੇ ਲਈ ਸਾਧਨ ਮਿਲਿਆ, ਕਿਉਂਕਿ ਜਿਸ ਦਿਨ ਤੋਂ ਜਨਮ ਹੋਇਆ ਆਤਮਾ ਦਾ ਪਰਮਾਤਮਾ ਤੋਂ ਵਿਛੋੜਾ ਹੈ। ਇਹ ਤਨ ਇੱਕ ਸਾਧਨ ਹੈ ਜਿਹਦੇ ਰਾਹੀਂ ਆਤਮਾ ਪਰਮਾਤਮਾ 'ਚ ਅਭੇਦ ਹੋ ਸਕਦੀ ਹੈ। ਗੁਰਦੇਵ ਰਹਿਮਤ ਕਰਨ, ਤਨ ਦੀ ਮੰਜ਼ਿਲ ਸ਼ਮਸ਼ਾਨ, ਆਤਮਾ ਦੀ ਮੰਜ਼ਿਲ ਭਗਵਾਨ ਹੈ। ਤਨ ਦੇ ਸ਼ਮਸ਼ਾਨ ਪਹੁੰਚਣ ਤੋਂ ਪਹਿਲਾਂ ਆਤਮਾ ਭਗਵਾਨ 'ਚ ਲੈ ਹੋ ਜਾਏ, ਸਾਡਾ ਸੰਸਾਰ 'ਚ ਆਉਣਾ ਸਕਾਰਤ ਹੋਏਗਾ। ਤਾਂ ਗੁਰਦੇਵ ਦੇ ਚਰਨਾਂ 'ਚ ਇਹ ਅਰਦਾਸ ਕਰੀਏ ਕਿ ਨਾਮ ਸੇਵਾ ਸਿਮਰਨ ਦੀ ਦਾਤ ਸਾਡੀ ਝੋਲੀ ਪਾਉਣ, ਜਿਸ ਦੇ ਰਾਹੀਂ ਅਸੀਂ ਪਰਮਾਰਥ ਦੇ ਰਾਹ ਤੁਰ ਕਰਕੇ ਗੁਰੂ ਚਰਨਾਂ ਨਾਲ ਜੁੜ ਕਰਕੇ ਆਤਮਿਕ ਆਨੰਦ ਰੂਹਾਨੀਅਤ ਦੀ ਦਾਤ ਮਾਣਦੇ ਹੋਏ ਸੰਸਾਰ ਵੀ ਸਾਡਾ ਸੁਹੇਲਾ ਹੋਵੇ ਤੇ ਪਰਲੋਕ ਵੀ ਸਾਡਾ ਸੁਹੇਲਾ ਹੋ ਸਕੇ। ਗੁਰਦੇਵ ਇਹ ਜੀਵਨ ਜਾਚ ਝੋਲੀ ਪਾਉਣ, ਆਪ ਸਮੂਹ ਸੰਗਤ ਨੂੰ ਗੁਰੂ ਦਰਬਾਰ ਆਉਣ ਤੇ ਜੀ ਆਇਆਂ ਆਖਦੇ ਹੋਏ ਬਹੁਤ ਬਹੁਤ ਧੰਨਵਾਦ। ਆਓ ਬੜੇ ਪਿਆਰ ਅਦਬ ਸਹਿਤ
ਹਜ਼ੂਰੀ ਜਥਾ ਸਤਿਕਾਰਯੋਗ ਭਾਈ ਸਰਪਾਈ ਹਰਜੀਤ ਸਿੰਘ ਜੀ ਦੇ ਜਥੇ ਪਾਸੋਂ ਕਲਯੁਗ ਮੈਂ ਕੀਰਤਨ ਪ੍ਰਦਾਨਾ ਰਾਹੀਂ ਰੱਬੀ ਜਸ ਸ਼ਰਵਣ ਕਰੀਏ। ਇਨੀਆਂ ਵਿਚਾਰਾਂ ਕਰਦਾ ਦਾਸ ਖਿਮਾਂ ਦਾ ਜਾਚਕ ਹੈ। ਵਿਚਾਰਾਂ ਕਰਦੇ ਇੱਕ ਨਹੀਂ ਬੇਅੰਤ ਭੁੱਲਾਂ ਹੋ ਜਾਂਦੀਆਂ ਨੇ। ਸਤਿਗੁਰੂ ਜੀ ਅਤੇ ਸੰਗਤ ਬਖਸ਼ਣਯੋਗ ਹੈ, ਬਖਸ਼ ਲੈਣਾ। ਇੱਕ ਅਰਦਾਸ ਕਰਨੀ, ਜੋ ਵਿਚਾਰਾਂ ਕਰਦੇ ਆ ਸਤਿਗੁਰ ਰਹਿਮਤ ਕਰਨ, ਜੀਵਨ ਦਾ ਆਧਾਰ ਬਣ। ਭੁੱਲਾਂ ਨਾ ਚਿਤਾਰਦੇ ਹੋਏ ਪਿਆਰ ਸੱਜਿਓ ਅਸੀਸ, ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।